60 ਸੀ। ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ 'ਤੇ ਇੱਕ ਵਾਰ ਫੇਰ ਬਹੁਤ ਸਵਾਗਤ। ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ ਤੀਜੇ ਸਮੈਸਟਰ ਨਾਲ ਸੰਬੰਧਿਤ ਹੈ। ਵਿਸ਼ਾ ਹੈ ਚੋਣਵੀ ਪੰਜਾਬੀ ਅਤੇ ਇਸ ਵਿਸ਼ੇ ਦੀ ਨਿਰਧਾਰਤ ਪਾਠ ਪੁਸਤਕ ਹੈ ਸਾਡੀ ਸਫ਼ਰਨਾਮਾ ਦੁਨੀਆ ਇੱਕ ਮਹੱਲ ਹੈ, ਜਿਸ ਨੂੰ ਸ਼੍ਰੀ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਲਿਖਿਆ ਹੈ। ਅਤੇ ਇਸ ਸਫ਼ਰਨਾਮੇ ਦਾ ਕਾਫੀ ਸਾਰਾ ਭਾਗ ਅਸੀਂ ਇਸ ਚੈਨਲ 'ਤੇ ਅਪਲੋਡ ਕਰ ਚੁੱਕੇ ਹੈਗੇ। ਜਿਹੜੇ ਵਿਦਿਆਰਥੀਆਂ ਨੇ ਅਜੇ ਇਹ ਵੀਡੀਓਜ਼ ਨਹੀਂ ਵੇਖੀਆਂ, ਉਹ ਇਸ ਚੈਨਲ ਦਾ ਲਾਭ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੈਣ। ਇਸ ਤੋਂ ਇਲਾਵਾ ਇਸ ਵਿਸ਼ੇ ਦੀ ਦੂਸਰੀ ਪਾਠ ਪੁਸਤਕ ਹੈ ਮੱਧਕਾਲੀ ਪੰਜਾਬੀ ਕਾਵਿ ਰੰਗ। ਇਸ ਦਾ ਵੀ ਆਪਾਂ ਕੁਝ ਭਾਗ ਪੜ੍ਹ ਚੁੱਕੇ ਹੈਗੇ ਹਾਂ ਅਤੇ ਬਾਕੀ ਰਹਿੰਦਾ ਕੰਮ ਵੀ ਜਲਦੀ ਹੀ ਅਪਲੋਡ ਕਰ ਦਿੱਤਾ ਜਾਵੇਗਾ। ਸੋ ਅੱਜ ਦਾ ਸਾਡਾ ਚੈਪਟਰ ਹੈ ਅਮਰੀਕਾ ਤੋਂ ਵਿਦਾਇਗੀ। ਅਤੇ ਇਸ ਭਾਗ ਤੋਂ ਪਹਿਲਾਂ ਅਸੀਂ ਪੜ੍ਹ ਚੁੱਕੇ ਹੈਗੇ ਹਾਂ ਕਿ ਕਿਸ ਤਰ੍ਹਾਂ ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੀ ਫੌਜੀ ਡਿਊਟੀ ਦੇ ਦੌਰਾਨ, ਭਾਵੇਂ ਕਿ ਉਹ ਇੱਕ ਇੰਜੀਨੀਅਰ ਸੀਗਾ, ਪਰ ਉਸ ਦੀ ਫੌਜ ਦੇ ਵਿੱਚ ਅਪਾਇੰਟਮੈਂਟ ਹੋਈ ਸੀਗੀ ਅਤੇ ਉਹ ਕਾਫੀ ਦੇਸ਼ਾਂ ਦੇ ਵਿੱਚ ਘੁੰਮਿਆ ਹੈਗਾ। ਉਸ ਤੋਂ ਬਾਅਦ ਉਹ ਘੁੰਮਦਾ ਫਿਰਦਾ ਅਮਰੀਕਾ ਵੀ ਪਹੁੰਚਦਾ ਹੈ ਅਤੇ ਅਮਰੀਕਾ ਤੋਂ ਵਾਪਸ ਪਰਤਣ ਲੱਗੇ ਉਹਦੇ ਨਾਲ ਕੀ ਹੁੰਦਾ ਹੈ, ਉਹ ਆਪਾਂ ਇਸ ਭਾਗ ਦੇ ਵਿੱਚ ਪੜ੍ਹਾਂਗੇ। 10 ਦਿਨਾਂ ਬਾਅਦ ਹੀ ਜਿਹੜਾ ਪਹਿਲਾ ਜਹਾਜ਼ ਮੈਨੂੰ ਮਿਲ ਸਕਿਆ, ਉਹਦੀ ਟਿਕਟ ਮੈਂ ਲੈ ਲਈ ਅਤੇ ਜਹਾਜ਼ ਦੇ ਜੰਗਲੇ ਨਾਲ ਖਲੋਤਾ ਜਦੋਂ ਮੈਂ ਜਾਣ ਵਾਲੇ ਅਤੇ ਛੱਡਣ ਆਏ ਮਿੱਤਰਾਂ ਸਨੇਹੀਆਂ ਦੇ ਹਿਲਦੇ ਹੱਥ ਅਤੇ ਰੁਮਾਲ ਵੇਖ ਰਿਹਾ ਸਾਂ। ਭਾਵੇਂ ਹੇਠਾਂ ਭੀੜ ਵਿੱਚ ਮੇਰਾ ਜਾਣੂ ਚਿਹਰਾ ਕੋਈ ਵੀ ਨਹੀਂ ਸੀ, ਤਾਂ ਵੀ ਆਪ ਮੁਹਾਰੇ ਮੇਰੇ ਹੱਥ ਵੀ ਹਿੱਲਣ ਲੱਗ ਪਏ। ਮੈਂ ਰੁਮਾਲ ਵੀ ਹਿਲਾਇਆ, ਮੈਂ ਚੁੰਮਣ ਵੀ ਸੁੱਟੇ। ਐਨ ਆਰਥਰ ਸਾਰੇ ਦੀ ਰੂਹ, ਅਤੇ ਹੌਲੀ ਹੌਲੀ ਇਸ ਰੂਹ ਨੇ ਪ੍ਰੋਫੈਸਰ ਰਿਗਜ਼ ਦਾ ਰੂਪ ਧਾਰ ਲਿਆ। ਮੈਂ ਹੱਥ ਜੋੜੇ, ਮੈਂ ਅੱਖਾਂ ਪੂੰਝੀਆਂ ਅਤੇ ਜਦੋਂ ਖੋਲ੍ਹੀਆਂ ਤਾਂ ਪ੍ਰੋਫੈਸਰ ਰਿਗਜ਼ ਦੀ ਥਾਂ 'ਤੇ ਮਿਸਿਜ਼ ਮੈਕਾਰਟਰੀ ਨੇ ਲੈ ਲਈ। ਮੈਂ ਚੁੰਮਣ ਸੁੱਟਿਆ ਅਤੇ ਮੇਰਾ ਸਾਰਾ ਦਿਲ ਧੜਕ ਕੇ ਕਹਿ ਰਿਹਾ ਸੀ, ਇੱਕ ਤੁਹਾਡੀ ਮਿਹਰਬਾਨੀ ਦੀ ਯਾਦ ਮੇਰੇ ਦਿਲ ਉੱਤੇ ਉਕਰੀ ਰਹੇਗੀ। ਹੁਣ ਇਸ ਪੈਰਾਗ੍ਰਾਫ ਦਾ ਭਾਵ ਇਹ ਹੈਗਾ ਕਿ ਜਦੋਂ ਅਸੀਂ ਕਿਸੇ ਥਾਂ 'ਤੇ ਰਹਿੰਦੇ ਹੈਗੇ ਹਾਂ ਤਾਂ ਅਸੀਂ ਉੱਥੋਂ ਵਿਦਾਇਗੀ ਲੈਂਦੇ ਹੈਗੇ ਹਾਂ, ਹੈ ਨਾ, ਤਾਂ ਸਾਨੂੰ ਅਗਲਾ ਛੱਡਣ ਆਉਂਦਾ, ਹੈ ਨਾ, ਜਿਸ ਦੇ ਘਰ ਅਸੀਂ ਰਹਿ ਰਹੇ ਹੁੰਦੇ ਹਾਂ, ਤਾਂ ਉੱਥੇ ਭਾਵੇਂ ਕਿ ਲੇਖਕ ਦਾ ਕੋਈ ਬਹੁਤਾ ਜਿਹੜਾ ਹੈ ਜਾਣ ਪਛਾਣ ਵਾਲਾ ਇੰਨਾ ਡੂੰਘਾ ਨਹੀਂ ਸੀਗਾ ਕਿਹੜਾ ਉਸਨੂੰ ਉਸ ਸਮੇਂ ਜਿਹੜਾ ਹੈ ਛੱਡਣ ਆਇਆ ਹੋਵੇ, ਪਰ ਉਸ ਦੇ ਮਨ ਦੇ ਵਿੱਚ ਵੱਖੋ ਵੱਖਰੇ ਖਿਆਲ ਸੀਗੇ ਕਿ ਉਹ ਐਨ ਆਰਥਰ ਦੇ ਵਿੱਚ ਪੜ੍ਹਿਆ ਸੀਗਾ ਅਤੇ ਐਨ ਆਰਥਰ ਦੇ ਵਿੱਚ ਪਹੁੰਚਣ ਦੇ ਲਈ ਉਸ ਦੀ ਜਿਹੜੀ ਸਹਾਇਤਾ ਪ੍ਰੋਫੈਸਰ ਰਿਗਜ਼ ਨੇ ਕੀਤੀ ਸੀਗੀ ਅਤੇ ਉਸ ਪ੍ਰਤੀ ਉਹਦੇ ਮਨ ਦੇ ਵਿੱਚ ਧੰਨਵਾਦ ਦੇ ਭਾਵ ਸਨ। ਇਸ ਤੋਂ ਬਾਅਦ ਉਸ ਦੇ ਮਨ ਦੇ ਵਿੱਚ ਮਿਸਿਜ਼ ਮੈਕਾਰਟਰੀ ਦੇ ਪ੍ਰਤੀ ਵੀ ਧੰਨਵਾਦ ਸੀਗਾ, ਉਸ ਪ੍ਰਤੀ ਵੀ ਸ਼ੁਕਰੀਆ ਸੀਗਾ, ਕਿਉਂਕਿ ਉਸਨੇ ਉਹਦੇ ਨਾਲ ਵਧੀਆ ਵਿਹਾਰ ਕੀਤਾ ਸੀਗਾ, ਉਸ ਨੂੰ ਘੁਮਾਇਆ ਫਿਰਾਇਆ ਸੀਗਾ, ਉਸ ਨੂੰ ਉਸ ਇਲਾਕੇ ਦੇ ਨਾਲ ਚੰਗੀ ਤਰ੍ਹਾਂ ਜਾਣਕਾਰੀ ਕਰਾਈ ਸੀਗੀ। ਸੋ ਇਹਨਾਂ ਚੰਗੀਆਂ ਆਤਮਾਵਾਂ ਪ੍ਰਤੀ ਉਹਦਾ ਮਨ ਧੜਕ ਉੱਠਿਆ ਅਤੇ ਉਸਨੇ ਜਿਹੜਾ ਹੈ ਇਹ ਗੱਲ ਮਹਿਸੂਸ ਕੀਤੀ ਅਤੇ ਉਸਨੇ ਇਹ ਕਿਹਾ ਕਿ ਮੈਂ ਉਹਨਾਂ ਦੀ ਇਹ ਮਿਹਰਬਾਨੀ ਜਿਹੜੀ ਉਹਨਾਂ ਨੇ ਚੰਗਿਆਈ ਉਹਦੇ ਨਾਲ ਕੀਤੀ ਸੀਗੀ, ਉਹ ਕਦੇ ਵੀ ਉਹਨਾਂ ਨੂੰ ਨਹੀਂ ਭੁਲਾਵੇਗਾ। ਅਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਲੇਖਕ ਹੈਗਾ ਉਹ ਕਿਸੇ ਦੇ ਚੰਗੇ ਕੰਮ ਨੂੰ, ਕੀਤੇ ਹੋਏ ਕੰਮ ਨੂੰ ਨਹੀਂ ਭੁਲਾਉਂਦਾ, ਅਕ੍ਰਿਤਕਣ ਨਹੀਂ ਹੈ। ਇਹਨਾਂ ਮਿਹਰਬਾਨੀਆਂ ਦੀ ਯਾਦ ਕਰਕੇ ਮੈਂ ਹਰ ਦੇਸ਼ ਨਾਲ ਦੋਸਤੀ ਕਰਾਂਗਾ ਅਤੇ ਕਦੇ ਮੇਰਾ ਦੇਸ਼ ਜੇਕਰ ਇਸ ਦੇਸ਼ ਨਾਲ ਲੜ ਵੀ ਪਵੇ ਤਾਂ ਮੈਂ ਕਦੇ ਕਿਸੇ ਅਮਰੀਕਨ ਉੱਤੇ ਵਾਰ ਨਹੀਂ ਕਰਾਂਗਾ। ਜਹਾਜ਼ ਨੇ ਲੰਗਰ ਚੁੱਕ ਲਿਆ। ਹੁਣ ਇਹਦਾ ਮਤਲਬ ਕੀ ਹੈ ਵੀ ਜਹਾਜ਼ ਚੱਲ ਪਿਆ, ਹੈ ਨਾ। ਅਮਰੀਕਾ ਦੀ ਧਰਤੀ ਪਿਛਾਂਹ ਰਹਿੰਦੀ ਗਈ। ਮੈਂ ਕਿੰਨਾ ਚਿਰ ਪਿਛਾਂਹ ਵੀ ਤੱਕਦਾ ਰਿਹਾ, ਆਜ਼ਾਦੀ ਦੇ ਮਹਾਨ ਬੁੱਤ ਵੱਲ ਤੱਕਦਾ ਰਿਹਾ। ਇਹ ਮਹਾਨ ਸੋਹਣਾ ਬੁੱਤ ਫਰਾਂਸ ਨੇ ਅਮਰੀਕਾ ਦੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਉੱਤੇ ਭੇਟਾ ਕੀਤਾ ਸੀ। 135 ਫੁੱਟ ਉੱਚੀ ਕੁਰਸੀ ਉੱਤੇ 151 ਫੁੱਟ ਉੱਚਾ ਬੁੱਤ ਨਿਊਯਾਰਕ ਬੰਦਰਗਾਹ ਉੱਤੇ ਹਰ ਆਏ ਗਏ ਨੂੰ ਆਜ਼ਾਦੀ ਦਾ ਸੰਦੇਸ਼ ਦਿੰਦਾ ਹੈ। ਬੜੀ ਸੁੰਦਰ ਇਸਤਰੀ ਦਾ ਬੁੱਤ ਹੈ, ਜਿਹਦੇ ਇੱਕ ਹੱਥ ਵਿੱਚ ਰੌਸ਼ਨ ਮਸ਼ਾਲ ਉੱਚੀ ਕੀਤੀ ਗਈ ਹੈਗੀ ਆ। ਇੰਗਲਿਸਤਾਨ ਕੋਲੋਂ ਅਮਰੀਕਾ ਨੇ ਖਲਾਸੀ ਪਾਈ। ਫਰਾਂਸ ਨੇ ਅਮਰੀਕਾ ਦੀ ਖੁਸ਼ੀ ਨੂੰ ਅਪਣਾਇਆ।
280 ਫੁੱਟ ਉੱਚੀ ਇਹ ਯਾਦਗਾਰੀ ਆਜ਼ਾਦੀ ਨਾਲ ਮਨੁੱਖਾਂ ਦਾ ਇਸ਼ਕ ਲਿਸ਼ਕਾਉਂਦੀ ਰਹਿੰਦੀ ਹੈ। ਹੁਣ ਇਹ ਕੁੱਲ ਇਹਦੀ ਉਚਾਈ ਕਿੰਨੀ ਹੋਗੀ? 286 ਫੁੱਟ, ਭਾਵ 135 ਫੁੱਟ ਦੀ ਉੱਚੀ ਤਾਂ ਕੁਰਸੀ ਆ, ਅਤੇ ਉਹਦੇ ਉੱਤੇ ਜਿਹੜੀ ਮੂਰਤੀ ਬਣੀ ਹੋਈ ਹੈ ਉਹ 151 ਫੁੱਟ ਉੱਚੀ ਹੈਗੀ ਆ। ਸੋ ਇਹ ਕੁੱਲ ਮਿਲਾ ਕੇ 286 ਫੁੱਟ ਉੱਚੀ ਮੂਰਤੀ ਹੈਗੀ ਆ। ਠੀਕ ਹੈ। ਬੁੱਤ ਦਿਸਣੋਂ ਹਟ ਗਿਆ ਪਰ ਮੇਰੀਆਂ ਅੱਖਾਂ ਵਿੱਚ ਸਮਾਇਆ ਰਿਹਾ। ਰਾਤੀ ਅਮਰੀਕੀ ਸਾਗਰ ਦੇ ਪਾਣੀ ਵਟ ਗਏ, ਹਿੰਦ ਸਾਗਰ ਦੇ ਪਾਣੀ ਛੱਲਾ ਮਾਰਨ ਲੱਗ ਪਏ। ਕਹਿਣ ਦਾ ਵੀ ਅਮਰੀਕੀ ਸਾਗਰ ਦਾ ਜਿਹੜਾ ਪਾਣੀ ਸੀ ਉਹ ਲੰਘ ਗਿਆ ਅਤੇ ਹਿੰਦ ਸਾਗਰ ਦਾ ਉਹ ਇਸ ਇਲਾਕੇ ਦੇ ਵਿੱਚ ਆ ਗਿਆ। ਨਿਊਯਾਰਕ ਬੰਬਈ ਬਣ ਗਿਆ। ਕੀ ਵੇਖਦਾ ਹਾਂ, ਬੰਬਈ ਦੀ ਬੰਦਰਗਾਹ ਦੇ ਮੂੰਹ ਉੱਤੇ ਉਹ ਸੋਹਣਾ ਬੁੱਤ ਅੰਗਰੇਜ਼ਾਂ ਦੀ ਹਿੰਦੁਸਤਾਨ ਵਿਦਾਇਗੀ ਲਿਸ਼ਕਾ ਰਿਹਾ ਹੈ। ਮਤਲਬ ਉਹਦੇ ਮਨ ਦੇ ਵਿੱਚ ਇਹ ਭਾਵਨਾ ਆਈ ਵੀ ਅੰਗਰੇਜ਼ ਜਾਣਗੇ ਤਾਂ ਇਸ ਤਰ੍ਹਾਂ ਦੇ ਆਜ਼ਾਦੀ ਦੇ ਬੁੱਤ ਅਸੀਂ ਵੀ ਲਾਵਾਂਗੇ। ਦਿਨੇ ਸਮੁੰਦਰ ਬੜਾ ਮੱਛਰਿਆ ਹੋਇਆ ਸੀ। ਉਹਦੀ ਮਸਤੀ ਨੇ ਸਾਰੇ ਡੈਕ ਧੋ ਕੱਢੇ ਸਨ। ਸੱਜੇ ਖੱਬੇ ਅੱਗੇ ਪਿੱਛੇ ਜਹਾਜ਼ ਇਉਂ ਡੋਲਦਾ ਸੀ ਜਿਉਂ ਕਿਸੇ ਵੱਡੇ ਝੱਖੜ ਵਿੱਚ ਫਸਿਆ ਵੱਡ ਖੰਭਾ ਪੰਛੀ ਬੇਹਾਲ ਹੋਇਆ ਹੁੰਦਾ ਹੈ। ਮਤਲਬ ਵੀ ਝੱਖੜ ਤੂਫਾਨ ਆਇਆ ਹੋਇਆ ਸੀਗਾ ਅਤੇ ਉਹ ਜਹਾਜ਼ ਬੜਾ ਡੋਲ ਰਿਹਾ ਸੀਗਾ। ਤਾਂ ਵੀ ਕਈ ਮੁਸਾਫਰ ਡੈਕ ਉੱਤੇ ਤੁਰ ਫਿਰ ਰਹੇ ਸਨ ਅਤੇ ਮੇਰੇ ਕੋਲੋਂ ਲੰਘਦੇ ਜਾਂਦੇ ਸ਼ੁਭ ਇੱਛਾ ਮੁਸਕਰਾ ਜਾਂਦੇ ਸਨ। ਮੈਨੂੰ ਆਪਣਾ ਕਰਾਚੀਓਂ ਲਿਵਰਪੂਲ ਅਮਰੀਕੀ ਜਹਾਜ਼ ਵਿੱਚ ਕੀਤਾ ਸਫ਼ਰ ਯਾਦ ਆ ਗਿਆ। ਜਦੋਂ ਅੰਗਰੇਜ਼ ਸਾਥੀਆਂ ਦੀਆਂ ਸ਼ੁਭ ਇੱਛਾਵਾਂ ਤੋਂ ਵਿਰਬਾ ਮੈਂ ਡੋਲਿਆ ਸ਼ਰਮਾਇਆ ਫਿਰਦਾ ਸਾਂ। ਹੁਣ ਉਹਨੂੰ ਪੁਰਾਣਾ ਸਮਾਂ ਯਾਦ ਆਇਆ ਵੀ ਜਦੋਂ ਉਹਦੇ ਨਾਲ ਵਧੀਆ ਵਰਤਾਓ ਨਹੀਂ ਸੀ ਕੀਤਾ ਗਿਆ ਜਹਾਜ਼ ਦੇ ਵਿੱਚ, ਇੱਥੇ ਸਾਰੇ ਲੋਕ ਉਸ ਦੇ ਨਾਲ ਸ਼ੁਭ ਇੱਛਾਵਾਂ ਵਟਾ ਰਹੇ ਸਨ। ਮੇਰੀ ਉਸ ਹਾਲਤ ਦਾ ਇੱਕ ਕਾਰਨ ਤਾਂ ਅੰਗਰੇਜ਼ਾਂ ਅਤੇ ਹਿੰਦੁਸਤਾਨੀਆਂ ਦੇ ਵਿੱਚ ਹਾਕਮ ਮਹਿਕੂਮ ਦਾ ਰਿਸ਼ਤਾ ਸੀ। ਉਹ ਕਾਰਨ ਦੱਸਦਾ। ਇਹਦਾ ਕਾਰਨ ਕੀ ਹੈ ਵੀ ਅੰਗਰੇਜ਼ ਆਪਣੇ ਆਪ ਨੂੰ ਬਾਦਸ਼ਾਹ ਅਤੇ ਹਿੰਦੁਸਤਾਨੀਆਂ ਨੂੰ ਆਪਣੇ ਗੁਲਾਮ ਸਮਝਦੇ ਸੀਗੇ। ਠੀਕ ਹੈ। ਅਤੇ ਦੂਜਾ ਵੱਡਾ ਕਾਰਨ ਮੇਰੇ ਆਪਣੇ ਵਿੱਚ ਘਟੀਆ ਹੋਣ ਦੇ ਅਹਿਸਾਸ ਦਾ ਹਮਲਾ ਮੇਰੇ ਉੱਤੇ ਹੋਇਆ ਸੀ। ਮੈਂ ਉਸੇ ਸੰਬੰਧ ਵਿੱਚ ਆਪਣਾ ਗਿਆਨ ਵਧਾਉਣ ਉੱਤੇ ਜ਼ੋਰ ਦਿੱਤਾ ਹੈ। ਹੁਣ ਉਹ ਕਹਿੰਦਾ ਵੀ ਜਦੋਂ ਆਪਣੇ ਆਪ ਨੂੰ ਆਪਾਂ ਹੀਣ ਭਾਵਨਾ ਆ ਜਾਂਦੀ ਹੈਗੀ ਤਾਂ ਆਪਾਂ ਨੂੰ ਲੱਗਦਾ ਵੀ ਸਾਰੇ ਸਾਡੇ ਨਾਲ ਵਧੀਆ ਵਰਤਾਓ ਨਹੀਂ ਕਰ ਰਹੇ। ਹਾਲਾਂਕਿ ਇਸ ਤਰ੍ਹਾਂ ਕਈ ਵਾਰ ਨਹੀਂ ਹੁੰਦਾ ਅਤੇ ਲੇਖਕ ਕਹਿੰਦਾ ਵੀ ਮਨੁੱਖ ਦੀ ਆਪਣੀ ਜੋ ਜਾਣਕਾਰੀ ਹੈ ਉਸਦੀ ਨੌਲੇਜ ਵੱਧ ਹੋਣੀ ਚਾਹੀਦੀ ਹੈ। ਉਹਦੇ ਨਾਲ ਜਿਹੜਾ ਮਨੁੱਖ ਦੇ ਵਿੱਚ ਸਵੈ ਮਾਣ ਦਾ ਵਾਧਾ ਹੁੰਦਾ ਹੈ। ਮੈਂ ਲਾਇਬ੍ਰੇਰੀ ਦੇ ਵਿੱਚ ਜਾ ਬੈਠਿਆ। ਬਾਰੀ ਵਿੱਚੋਂ ਸਮੁੰਦਰ ਦੀਆਂ ਛੱਲਾਂ ਅਤੇ ਬਰਫ਼ ਕੱਜੀਆਂ ਛੋਟੀਆਂ ਛੋਟੀਆਂ ਪਹਾੜੀਆਂ ਦਿਸ ਰਹੀਆਂ ਸਨ। ਬਾਰੀ ਦੇ ਨਾਲ ਹੀ ਇੱਕ ਨੌਜਵਾਨ ਇਸਤਰੀ ਬੈਠੀ ਪੜ੍ਹ ਰਹੀ ਸੀ। ਬੜਾ ਬੀਬਾ ਇਹਦਾ ਮੂੰਹ ਸੀ। ਮੈਨੂੰ ਕਿਸੇ ਸਾਥੀ ਕੋਲੋਂ ਪਤਾ ਲੱਗ ਗਿਆ ਕਿ ਇਹ ਕਿਸੇ ਈਸਾਈ ਮਿਸ਼ਨ ਦੀ ਮੈਂਬਰ ਹੈ ਅਤੇ ਅਫਰੀਕਾ ਹਬਸ਼ੀਆਂ ਵਿੱਚ ਪ੍ਰਚਾਰ ਕਰਨ ਲਈ ਜਾ ਰਹੀ ਹੈ। ਮੇਰੀ ਬਾਰੀ ਵਿੱਚੋਂ ਛੱਲਾਂ ਵੇਖਣ ਤੋਂ ਇਸ ਬੀਬੀ ਇਸਤਰੀ ਨੂੰ ਜਾਪਿਆ ਜੇਕਰ ਮੈਂ ਉਹਦੀ ਹੱਥਲੀ ਕਿਤਾਬ ਨੂੰ ਦਿਲਚਸਪੀ ਨਾਲ ਵੇਖ ਰਿਹਾ ਹਾਂ। ਹੱਥਲੀ ਕਿਤਾਬ ਹੁੰਦਾ ਵੀ ਜਿਹੜੇ ਹੱਥ ਵਿਚਲੀ ਪਕੜੀ ਹੋਈ ਸੀ। ਠੀਕ ਆ। ਉਸਨੇ ਉਹ ਕਿਤਾਬ ਮੈਨੂੰ ਫੜਾ ਦਿੱਤੀ ਅਤੇ ਬੋਲ ਚਾਲ ਦਾ ਰਿਸ਼ਤਾ ਬਣ ਗਿਆ। ਉਹਨੂੰ ਵੀ ਮੈਂ ਕੁਝ ਚੰਗਾ ਹੀ ਦਿਸਿਆ ਹੋਵਾਂਗਾ ਕਿ ਉਸਨੇ ਮੈਨੂੰ ਈਸਾਈ ਸਮਝ ਲਿਆ। ਮੇਰੇ ਕੋਲੋਂ ਨਾਂ ਦਾ ਉੱਤਰ ਸੁਣ ਕੇ ਉਹਨੂੰ ਹੈਰਾਨੀ ਵੀ ਹੋਈ ਅਤੇ ਕੁਝ ਅਫਸੋਸ ਵੀ ਹੋਇਆ। ਹੈਰਾਨੀ ਇਸ ਗੱਲ ਦੀ ਕਿ ਈਸਾਈ ਹੋਏ ਬਿਨਾਂ ਕੋਈ ਆਦਮੀ ਚੰਗਾ ਕਿੱਕਰ ਜਾਪ ਸਕਦਾ ਹੈ। ਅਫਸੋਸ ਇਸ ਗੱਲ ਦਾ ਕਿ ਇਹ ਚੰਗਾ ਆਦਮੀ ਜਾਏਗਾ ਨਰਕਾਂ ਵਿੱਚ ਹੀ। ਕਹਿਣ ਦਾ ਭਾਵ ਕੀ ਹੈ, ਉਸ ਈਸਾਈ ਮਿਸ਼ਨਰੀ ਔਰਤ ਦੇ ਮਨ ਦੇ ਵਿੱਚ ਇਹ ਭਾਵ ਸੀਗਾ ਕਿ ਕੋਈ ਵੀ ਵਿਅਕਤੀ ਈਸਾਈ ਹੋਵੇ ਤਾਂ ਹੀ ਚੰਗਾ ਹੋ ਸਕਦਾ ਹੈ ਅਤੇ ਉਹ ਹੀ ਸਵਰਗਾਂ ਵਿੱਚ ਜਾ ਸਕਦਾ ਹੈ। ਦੋ ਗੱਲਾਂ ਸੀ ਉਹਦੇ ਮਨ ਦੇ ਵਿੱਚ ਵੀ, ਈਸਾਈ ਤੋਂ ਬਿਨਾਂ ਕੋਈ ਬੰਦਾ ਚੰਗਾ ਨਹੀਂ ਹੋ ਸਕਦਾ ਅਤੇ ਉਸ ਤੋਂ ਇਲਾਵਾ ਕੋਈ ਬੰਦਾ ਸਵਰਗ ਵਿੱਚ ਨਹੀਂ ਜਾ ਸਕਦਾ। ਠੀਕ ਹੈ। ਸਹੀ ਰਸਤੇ ਦੀ ਸ਼ੋਅ ਮੈਨੂੰ ਦੇਣ ਦੀ ਇੱਛਾ ਨਾਲ ਉਹਨੇ ਕਈ ਸਵਾਲ ਮੇਰੇ ਮਜ਼ਹਬ ਸੰਬੰਧੀ ਪੁੱਛੇ। ਮਜ਼ਹਬ ਦਾ ਧਰਮ ਤਾਂ ਕਹਿਣਾ ਮਤਲਬ ਉਸਨੇ ਆਪਣਾ ਪ੍ਰਭਾਵ ਉਹਦੇ 'ਤੇ ਲੇਖਕ 'ਤੇ ਪਾਉਣਾ ਚਾਹਿਆ ਅਤੇ ਧਰਮ ਸੰਬੰਧੀ ਉਹਨੇ ਕਈ ਸਵਾਲ ਉਹਨੂੰ ਪੁੱਛੇ। ਸਾਡੀ ਦੋਹਾਂ ਦੀ ਦਲੀਲ ਦਾ ਪੱਧਰ ਇੱਕੋ ਨਾ ਹੋਣ ਕਰਕੇ ਇਸ ਬਹਿਸ ਦਾ ਰੌਂ ਬਦਲਣ ਲਈ ਉਹਦੇ ਕੋਲੋਂ ਆਗਿਆ ਮੰਗੀ ਕਿ ਮੈਂ ਉਹਨੂੰ ਆਪਣਾ ਇੱਕ ਲੇਖ ਸੁਣਾਵਾਂ ਜਿਹਦੇ ਤੋਂ ਉਹਨੂੰ ਮੇਰੀਆਂ ਰੁਚੀਆਂ ਦਾ ਗਿਆਨ ਹੋ ਜਾਵੇਗਾ। ਆਪਣੀ ਕੈਬਨ ਵਿੱਚੋਂ ਮੈਂ ਮੇਰੀ ਦਾਦੀ ਵਾਲਾ ਲੇਖ ਲੈ ਆਇਆ। ਬੜੀ ਦਿਲਚਸਪੀ ਨਾਲ ਉਸਨੇ ਮੇਰਾ ਲੇਖ ਸੁਣਿਆ, ਕਿਤੇ ਕਿਤੇ ਸੋਹਣਾ ਵੀ ਆਖਿਆ। ਮੇਰੇ ਜਵਾਬਾਂ ਦੇ ਨਾਲ ਮੇਰੀ ਸਾਥਣ ਦੇ ਸ਼ੀਸ਼ੇ ਮੂੰਹ 'ਤੇ ਨਿਰਾਸ਼ਤਾ ਦਾ ਪਰਛਾਵਾਂ ਪੈ ਗਿਆ। ਮੈਨੂੰ ਆਪਣੇ ਉੱਤੇ ਬੜਾ ਅਫਸੋਸ ਹੋਇਆ। ਚੰਗੀ ਦਲੀਲ ਦੇ ਸਕਣ ਨਾਲੋਂ ਕਿਸੇ ਮੁੱਖ ਉੱਤੇ ਇੱਕ ਮੁਸਕਰਾਹਟ ਲਿਆ ਸਕਣਾ ਮੈਂ 100 ਵਾਰੀ ਚੰਗਾ ਸਮਝਾਂ। ਮੈਂ ਵੇਖਿਆ ਕਿ ਤੂਫਾਨ ਹੁਣ ਥੰਮ ਗਿਆ ਸੀ। ਢਲਦਾ ਸੂਰਜ ਬੜਾ ਸੋਹਣਾ ਲੱਗ ਰਿਹਾ ਸੀ। ਆਕਾਸ਼ ਸਾਰਾ ਸੁਨਹਿਰੀ ਹੁੰਦਾ ਜਾ ਰਿਹਾ ਸੀ। ਬਹਿਸ ਅਤੇ ਦਲੀਲ ਦਾ ਖਿਆਲ ਛੱਡਦਿਆਂ ਹੀ ਮੇਰੇ ਚਿਹਰੇ ਦੇ ਨਕਸ਼ਾਂ ਉੱਤੇ ਆਰਾਮ ਜਿਹਾ ਛਾ ਗਿਆ। ਹੁਣ ਕਹਿਣਾ ਮਤਲਬ ਵੀ ਕਈ ਵਾਰ ਜਿਹੜੀ
ਅਸੀਂ ਐਵੇਂ ਹੈ ਨਾ ਬਹਿਸ ਕਰਦੇ ਹਾਂ ਕਿਸੇ ਦੇ ਨਾਲ, ਉਹ ਕਹਿੰਦਾ ਵੀ ਉਹਨੂੰ ਛੱਡ ਦੇਣਾ ਚਾਹੀਦਾ, ਉਹਦੇ ਨਾਲ ਮਨੁੱਖ ਦਾ ਮਨ ਠੀਕ ਹੋ ਜਾਂਦਾ। ਠੀਕ ਆ। ਮੈਨੂੰ ਆਪਣੇ ਬੁੱਲ੍ਹਾਂ 'ਤੇ ਆਪਣੀਆਂ ਅੱਖਾਂ 'ਚ ਮੁਸਕਰਾਹਟ ਦਾ ਖੇੜਾ ਆਉਂਦਾ ਮਹਿਸੂਸ ਹੋਇਆ। ਉਹ ਵੇਖ ਮੇਰੀ ਭੈਣ, ਕਿੱਡਾ ਸੋਹਣਾ ਸੂਰਜ, ਉਹ ਸੱਚੀ ਕਿੱਡਾ ਸੋਹਣਾ। ਅਤੇ ਕੁਰਸੀ ਤੋਂ ਉੱਠ ਕੇ ਉਸਨੇ ਬਾਰੀ ਵਿੱਚੋਂ ਧੌਣ ਬਾਹਰ ਲਮਕਾ ਲਏ। ਧੌਣ ਮੀਨਸ ਗਰਦਨ। ਅਸੀਂ ਦੋਵੇਂ ਬਾਹਰ ਡੈਕ ਉੱਤੇ ਚਲੇ ਗਏ। ਕਿੰਨਾ ਹੀ ਚਿਰ ਬਿਲਕੁਲ ਮਗਨ ਅਸੀਂ ਨੀਵੇਂ ਬੱਦਲਾਂ ਦੇ ਪਿੱਛੇ ਸੂਰਜ ਰਾਣੇ ਨੂੰ ਕਿਰਨਮ ਕਿਰਨੀ ਲੁਕਦਿਆਂ ਵੇਖਿਆ। ਸਾਰਾ ਜੱਗ ਉਸ ਵੇਲੇ ਸੋਨੇ ਦਾ ਬਣਿਆ ਦਿਸਦਾ ਸੀ। ਕੁਝ ਘੜੀਆਂ ਮਗਰੋਂ ਰਾਣੀ ਰੂਪ ਚੰਨ ਮਲਕੜੇ ਪਾਣੀ ਵਿੱਚੋਂ ਉੱਚਾ ਹੁੰਦਾ ਦਿਸਿਆ। ਹੁਣ ਇੱਥੇ ਸੂਰਜ ਦੀ ਗੱਲ ਹੈ ਵੀ ਜਿਹੜਾ ਸੂਰਜ ਜਦੋਂ ਛਿਪ ਰਿਹਾ ਹੁੰਦਾ ਹੈ ਨਾ, ਉਹਦੀ ਜਿਹੜੀ ਸੁਨਹਿਰੀ ਭਾਅ ਹੈ ਸਾਰੇ ਪਾਸੇ ਖਿੰਡੀ ਹੋਈ ਹੁੰਦੀ ਹੈ ਤਾਂ ਬੜੀ ਵਧੀਆ ਲੱਗਦੀ ਹੈ। ਤਾਂ ਉਹ ਬੜੇ ਗੌਰ ਦੇ ਨਾਲ ਦੋਨੋਂ ਜਾਣੇ ਉਸ ਦ੍ਰਿਸ਼ ਨੂੰ ਦੇਖਣ ਲੱਗ ਪਏ। ਇਦੂ ਮਿੱਠਾ ਚੰਨ ਮੈਂ ਕਦੇ ਚੜ੍ਹਦਾ ਨਹੀਂ ਵੇਖਿਆ, ਮੇਰੀ ਭੈਣ ਨੇ ਆਖਿਆ। ਏਡਾ ਮਿੱਠਾ ਚੰਨ ਸਿਰਫ ਸਮੁੰਦਰ ਵਿੱਚੋਂ ਹੀ ਚੜ੍ਹਦਾ ਹੈ, ਮੈਂ ਦੱਸਿਆ। ਸਮੁੰਦਰ ਦਾ ਨੀਲ ਪਲੋ ਭਲੀ ਚਾਂਦੀ ਬਣਦਾ ਜਾ ਰਿਹਾ ਸੀ। ਹੁਣ ਕੀ ਹੈਗਾ ਵੀ ਸੂਰਜ ਛੁਪ ਗਿਆ ਅਤੇ ਚੰਦ ਚੜ੍ਹਨਾ ਸ਼ੁਰੂ ਹੋ ਗਿਆ, ਅਤੇ ਉਸ ਚੰਦ ਦੇ ਪਰਛਾਵੇਂ ਦੇ ਨਾਲ, ਚੰਦ ਦੀ ਚਮਕ ਦੇ ਨਾਲ ਫਿਰ ਸਮੁੰਦਰ ਦੇ ਵਿੱਚੋਂ ਜਿਹੜਾ ਪਾਣੀ ਸੀਗਾ ਨੀਲੇ ਰੰਗ ਦਾ, ਉਹ ਜਿਹੜਾ ਹੈ ਚਿੱਟਾ ਚਿੱਟਾ ਨਜ਼ਰ ਆਉਣ ਲੱਗ ਪਿਆ ਸੀ ਸਾਰੇ ਪਾਸੇ। ਠੀਕ ਹੈ। ਉਹਦੇ ਸਾਊ ਨਕਸ਼ਾਂ ਉੱਤੇ ਖੁਸ਼ੀ ਭਰੀ ਹੈਰਾਨੀ ਦੀ ਚਮਕ ਸੀ। ਸ਼ਾਇਦ ਉਹ ਵੀ ਮੇਰੇ ਵਾਂਗ ਸੋਚ ਰਹੀ ਸੀ ਕਿ ਭਾਵੇਂ ਸਾਡੇ ਦਿਮਾਗਾਂ ਵਿੱਚ ਦਲੀਲਾਂ ਵੱਖਰੀਆਂ ਸਨ, ਪਰ ਸਾਡੇ ਦਿਲਾਂ ਵਿੱਚ ਸੰਮਤੀ ਕਿੱਡੀ ਡੂੰਘੀ ਸੀ। ਇੱਕੋ ਜਿਹੇ ਸੂਰਜ ਚੰਨ ਦੋਹਾਂ ਵਿੱਚ ਲਿਸ਼ਕਦੇ ਸਨ, ਅਤੇ ਮੈਂ ਉਹਦੀਆਂ ਅੱਖਾਂ ਵਿੱਚ ਮੁਸਕਰਾ ਕੇ ਕਿਹਾ, ਕਦੇ ਇੰਨਾ ਚਿਰ ਮੇਰੀ ਭੈਣ ਆਪਾਂ ਪਾਪਾਂ ਸਰੱਪਾਂ ਦੀ ਥਾਂ 'ਤੇ ਅਸਾਂ ਚੰਨ ਸੂਰਜ ਦੀਆਂ ਗੱਲਾਂ ਕੀਤੀਆਂ ਹੋਣਗੀਆਂ। 27 ਦਿਨ ਹੀ ਸਾਡਾ ਜਹਾਜ਼ ਲੰਦਨ ਪਹੁੰਚਣਾ ਸੀ। ਹੁਣ ਕਹਿਣ ਦਾ ਮਤਲਬ ਕੀ ਹੈ, ਲੇਖਕ ਨੂੰ ਵੀ ਬੜਾ ਪਛਤਾਵਾ ਹੋਇਆ ਵੀ ਜਿਹੜੀਆਂ ਉਹਨਾਂ ਨੇ ਪਹਿਲਾਂ ਧਰਮ ਸੰਬੰਧੀ ਗੱਲਾਂ ਕੀਤੀਆਂ ਸੀ, ਜਿਹਦੇ ਨਾਲ ਵਿੱਚ ਉਹਨਾਂ ਦੀ ਬਹਿਸ ਵਸਾਈ ਹੋ ਗਈ ਸੀ, ਉਹਦੀ ਥਾਂ 'ਤੇ ਉਹ ਚੰਦ ਸੂਰਜ ਦੀ ਗੱਲ ਕਰਕੇ ਆਪਣੇ ਆਪ ਨੂੰ ਸਹਿਜ ਮਹਿਸੂਸ ਕਰ ਰਹੇ ਸੀਗੇ। ਅਤੇ ਉਹਨੂੰ ਇਸ ਗੱਲ ਦਾ ਪਛਤਾਵਾ ਹੋਇਆ ਵੀ ਉਹਨੇ ਜਿਹੜਾ ਸਮਾਂ ਸੀਗਾ ਆਪਣਾ ਕੀਮਤੀ ਸਮਾਂ ਐਵੇਂ ਪਾਪਾਂ ਸਰਾਪਾਂ ਦੀਆਂ ਗੱਲਾਂ ਕਰਕੇ ਹੀ ਲੰਘਾ ਦਿੱਤਾ ਸੀਗਾ। ਪਹਿਲੇ 3 ਦਿਨ ਤਾਂ ਜਹਾਜ਼ ਦੇ ਮੁਸਾਫਰਾਂ ਨੂੰ ਨਵੀਆਂ ਯਾਰੀਆਂ ਦੀ ਕਾਹਲ ਸੀ। ਕਈ ਮੁਸਾਫਰ ਜਹਾਜ਼ ਦੇ ਸਫ਼ਰ ਕੋਲੋਂ ਅਨੋਖੇ ਤਜਰਬਿਆਂ ਦੀ ਆਸ ਰੱਖਦੇ ਹਨ। ਧਰਤੀ ਦੇ ਕੰਢੇ ਦੂਰ, ਨੁਕਤਾਚੀਨ ਅੱਖਾਂ ਤੋਂ ਪਰੇ, ਸਮੁੰਦਰ ਦੀ ਝੁੱਲਦੀ ਹਿੱਕ ਉੱਤੇ ਕਈ ਨਵੀਨਤਾ ਤਾਂਘਦੇ ਦਿਲ ਵਿੱਚ ਉਹਨਾਂ ਦੇ ਹੱਡੀਂ ਰਚੇ ਪਰੀ ਕਹਾਣੀ ਧੜਕ ਪੈਂਦੀ ਹੈ। ਹਰ ਕੋਈ ਇੱਕ ਦੂਜੇ ਦੀਆਂ ਅੱਖਾਂ ਵਿੱਚ ਮੁਸਕਰਾ ਕੇ ਤੱਕਦਾ ਹੈ। ਭਿੰਨੀ ਸੁਗੰਧ ਵਾਂਗ ਇੱਕ ਕੂਲੀ ਜਿਹੀ ਸ਼ੁਭ ਇੱਛਾ ਸਾਰੇ ਜਹਾਜ਼ ਵਿੱਚ ਖਿਲਰੀ ਮਹਿਸੂਸ ਹੁੰਦੀ ਹੈ। ਜਹਾਜ਼ ਦਾ ਅਮਲਾ ਵੀ, ਕੀ ਕਪਤਾਨ ਅਤੇ ਕੀ ਕੁਲੀ, ਇਸ ਪ੍ਰੀਤ ਢੂੰਡ ਵਿੱਚ ਸ਼ਾਮਲ ਹੁੰਦਾ ਹੈ। ਕੀ ਪਤਾ ਇਹ ਸਫ਼ਰ ਕਿਸੇ ਦੀ ਪ੍ਰੀਤ ਖੇਡ ਪੁਗਾ ਦੇਵੇ, ਕਿਸੇ ਅੱਖੋਂ ਪ੍ਰਵਾਨਗੀ ਲਿਸ਼ਕਾ ਦੇਵੇ। ਕਹਿਣ ਦਾ ਮਤਲਬ ਕੀ ਹੈ, ਲੰਬਾ ਸਮਾਂ ਹੁੰਦਾ ਸਫ਼ਰ ਦਾ, ਅਤੇ ਉਹਦੇ ਵਿੱਚ ਹਰ ਕੋਈ ਜਿਹੜਾ ਹੈ ਚੰਗਾ ਵਰਤਾਓ ਹੀ ਕਰਦਾ ਹੈ ਇੱਕ ਦੂਜੇ ਦੇ ਨਾਲ, ਅਤੇ ਕਿਸੇ ਦੇ ਮਨ ਦੇ ਵਿੱਚ ਬਹੁਤੀ ਛਾਣਬੀਣ ਦੀ ਇੱਛਾ ਨਹੀਂ ਹੁੰਦੀ ਹੈ। ਪਰ ਪ੍ਰੇਮ ਦੇਵ ਭਾਵੇਂ ਮਾਰਦਾ ਬਾਲਾਂ ਵਾਲੀਆਂ ਆਲੀਆਂ ਭੋਲੀਆਂ ਹੀ ਹੈ, ਪਰ ਵਿੱਚੋਂ ਬੜਾ ਪੀੜਾ ਹੁੰਦਾ ਹੈ। ਪੀੜਾ ਹੁੰਦਾ ਸਖਤ। ਜਿਹੜੀਆਂ ਯਾਰੀਆਂ ਇਹ ਲੁਆਉਂਦਾ ਹੈ ਛੇਤੀ ਛੇਤੀ ਵੀ ਹੈ, ਉਹ ਢਿੱਲੀਆਂ ਵੀ ਛੇਤੀ ਪਵਾ ਦਿੰਦਾ ਹੈ। ਹੁਣ ਕਹਿੰਦਾ ਵੀ ਜਿਹੜੀਆਂ ਇਸ ਤਰ੍ਹਾਂ ਦੇ ਸਫ਼ਰ ਦੇ ਵਿੱਚ ਦੋਸਤੀਆਂ ਪੈਂਦੀਆਂ ਨੇ, ਉਹ ਪੈ ਵੀ ਛੇਤੀ ਜਾਂਦੀਆਂ ਨੇ ਅਤੇ ਉਹ ਖ਼ਤਮ ਵੀ ਬੜੀ ਛੇਤੀ ਹੋ ਜਾਂਦੀਆਂ ਨੇ। ਚੌਥੇ ਦਿਨ ਮੈਨੂੰ ਜਾਪਿਆ ਕਿ ਪ੍ਰੀਤਾਂ ਵਿੱਚ ਪਹਿਲਾਂ ਵਰਗੀ ਸਰਗਰਮੀ ਨਹੀਂ ਰਹੀ। ਧਰਤੀ ਦੀਆਂ ਚਿੰਤਾਵਾਂ ਤੋਂ ਦੂਰ ਤਰਦੇ ਜਾਣ ਦਾ ਚੈਨ ਘਟਦਾ ਜਾ ਰਿਹਾ ਸੀ। ਧਰਤੀ ਦਾ ਦੂਜਾ ਕੰਢਾ ਨੇੜੇ ਆਉਂਦਾ ਭਾਸ ਰਿਹਾ ਮਤਲਬ ਜਾਪ ਰਿਹਾ ਸੀ। ਇਸ ਕੰਢੇ ਉੱਤੇ ਉਹ ਪੁਰਾਣੀਆਂ ਚਿੰਤਾਵਾਂ ਅਤੇ ਨੁਕਤਾਚੀਨੀਆਂ ਉਹਨਾਂ ਨੂੰ ਲੈਣ ਆਈਆਂ ਹੋਣਗੀਆਂ। ਬੰਦਰਗਾਹ ਉੱਤੇ ਆਏ ਆਪਣੇ ਪਤੀਆਂ ਦੀਆਂ ਅੱਖਾਂ ਸਾਹਮਣੇ ਪਤਨੀਆਂ ਫਿਰਨ ਲੱਗ ਪਈਆਂ ਸਨ। ਨਵੀਆਂ ਪ੍ਰੀਤਾਂ ਦੀ ਲਾਲੀ ਫਿੱਕੀ ਪੈ ਗਈ, ਨਿੱਘ ਘਟ ਗਿਆ। ਜਿਸ ਤਕਦੀਰ ਕੋਲੋਂ ਇੰਨੇ ਦਿਨ ਇੱਕ ਸੁਖਾਵੀ ਜਿਹੀ ਬੇਵਾਸਤਗੀ ਮਿਲ ਗਈ ਸੀ, ਉਹ ਤਕਦੀਰ ਆਪਣੇ ਲੈਣਿਆਂ ਦੇਣਿਆਂ ਦੀ ਬੋਦੀ ਛਿੱਜੀ ਵਹੀ ਫੁੱਲਦੀ ਝਾਤੀਆਂ ਮਾਰਦੀ ਦਿਸਣ ਲੱਗ ਪਈ ਸੀਗੀ। ਹੁਣ ਕਹਿਣਾ ਮਤਲਬ ਕਿ ਥੋੜ੍ਹੇ ਦਿਨ ਵਧੀਆ ਲੰਘੇ ਸੀ, ਅਤੇ ਫਿਰ ਉਹ ਹੀ ਆਪਣੇ ਪਰਿਵਾਰ ਨੂੰ ਮਿਲਣਾ ਅਤੇ ਉਹ ਜ਼ਿੰਮੇਵਾਰੀਆਂ ਦੀਆਂ ਜੋ ਕੌੜੀਆਂ ਗੱਲਾਂ ਹੁੰਦੀਆਂ ਨੇ, ਹੈ ਨਾ, ਉਹ ਕਹਿੰਦਾ ਫਿਰ ਸਾਹਮਣੇ ਆਉਣ ਲੱਗ ਪਈਆਂ ਸੀਗੀਆਂ। ਅੱਜ ਤੱਕ ਮੇਰੀ ਵਾਕਫ ਸਿਰਫ ਇੱਕੋ ਮਿਸ਼ਨਰੀ ਭੈਣ ਹੀ ਬਣੀ ਸੀ। ਉਸ ਨੇ ਯਿਸੂ ਮਸੀਹ ਦਾ ਝੰਡਾ ਨਵਾਂ ਹੀ ਚੁੱਕਿਆ ਸੀ, ਅਤੇ ਵਿਸ਼ਵਾਸ ਦੇ ਸਵਰਗੀ ਹੁਲਾਰੇ ਵਿੱਚ ਹੋਣ ਕਰਕੇ ਪ੍ਰੀਤ ਤਜਰਬਿਆਂ ਲਈ ਉਹਦੀ ਭੁੱਖ ਮੱਚੀ ਨਹੀਂ ਸੀ। ਉਹ ਸਿਰਫ ਮੇਰੇ ਨਾਲ ਹੀ ਲਾਇਬ੍ਰੇਰੀ ਵਿੱਚ ਇੱਕ ਅੱਧਾ ਘੰਟਾ ਗੱਲਾਂ ਕਰ ਲੈਂਦੀ, ਅਤੇ ਕਦੇ 4 ਚੱਕਰ ਡੈਕ ਉੱਤੇ ਮੇਰੇ ਜਾਂ ਇੱਕ ਨੌਜਵਾਨ ਕੈਨੇਡੀਅਨ ਇਸਤਰੀ ਦੇ ਨਾਲ ਲਾ ਲੈਂਦੀ ਸੀ।
ਪਰ ਹੁਣ ਹੋਰ ਅੱਖਾਂ ਨੇ ਵੀ ਮੇਰੇ ਵੱਲ ਤੱਕਣਾ ਸ਼ੁਰੂ ਕਰ ਦਿੱਤਾ। ਮੈਂ ਦਸਤਾਰ ਤੇ ਦਾੜੀ ਕਰਕੇ ਇੱਕ ਬਜ਼ੁਰਗ ਹਿੰਦੁਸਤਾਨੀ ਦਿਸਣ ਲੱਗ ਪਿਆ ਸਾਂ। ਮੇਰੇ ਦੇਸ਼ ਦੇ ਹਿਮਾਲਿਆ ਪਰਬਤ ਦੇ ਰਿਸ਼ੀਆਂ ਦੀਆਂ ਕਹਾਣੀਆਂ ਕਈਆਂ ਨੇ ਪੜ੍ਹੀਆਂ ਹੋਈਆਂ ਸਨ, ਪਰ ਰਿਸ਼ੀਆਂ ਬਾਰੇ ਉਹਨਾਂ ਦਾ ਗਿਆਨ ਇੰਨਾ ਹੀ ਸੀ ਕਿ ਉਹ ਹੋਣੀ ਦੇ ਲੇਖ ਪੜ੍ਹ ਸਕਦੇ ਹਨ, ਭਾਵ ਕਿ ਉਹ ਕਿਸੇ ਦੀ ਕਿਸਮਤ ਦੇਖ ਸਕਦੇ। ਮਤਲਬ ਉਹਨਾਂ ਦਾ ਇੰਨੀ ਕੁ ਜਾਣਕਾਰੀ ਸੀਗੀ ਵੀ ਇਹ ਲੋਕ ਨੇ ਜਿਹੜੇ ਹਿੰਦੁਸਤਾਨੀ, ਉਹ ਕਿਸੇ ਦੀ ਜਿਹੜੀ ਭਵਿੱਖਬਾਣੀ ਭਾਵ ਕਰ ਸਕਦੇ ਨੇ। ਅਤੇ ਕਿੱਡੀ ਭੁੱਖ ਸੀ ਸਭਨਾਂ ਵਿੱਚ ਆਪਣਾ ਭਵਿੱਖ ਜਾਣਨ ਦੀ, ਜਿੱਥੋਂ ਮੇਰਾ ਯਕੀਨ ਸਾਫ਼ ਹੋ ਗਿਆ ਕਿ ਭਾਵੇਂ ਇਹ ਲੋਕ ਮੇਰੇ ਦੇਸ਼ ਦੇ ਲੋਕਾਂ ਨਾਲੋਂ ਕਿੰਨੇ ਹੀ ਅਮੀਰ ਸਨ, ਪਰ ਉਹਨਾਂ ਨਾਲੋਂ ਵਧੇਰੇ ਸੰਤੁਸ਼ਟ ਬਿਲਕੁਲ ਨਹੀਂ ਸਨ। ਅਤੇ ਇੱਥੇ ਕਹਿੰਦਾ ਲੇਖਕ ਕਹਿੰਦਾ ਮੈਨੂੰ ਇੱਕ ਗੱਲ ਦੀ ਜਿਹੜੀ ਹੈਗੀ ਆ ਚੰਗੀ ਵੀ ਲੱਗੀ ਵੀ ਭਾਵੇਂ ਇਹ ਕਿੰਨੇ ਅਮੀਰ ਸਨ ਲੋਕ, ਪਰ ਇਹ ਮੇਰੇ ਦੇਸ਼ ਦੇ ਲੋਕਾਂ ਨਾਲੋਂ ਸੰਤੁਸ਼ਟ ਨਹੀਂ ਸੀਗੇ। ਕਾਰਨ ਕੀ ਹੈ? ਉਹ ਕਹਿੰਦਾ ਜੇ ਸੰਤੁਸ਼ਟ ਹੁੰਦੇ ਫਿਰ ਉਹ ਭਵਿੱਖ ਜਾਣਨ ਦੀ ਉਹਨਾਂ ਨੂੰ ਇੱਛਾ ਨਾ ਹੁੰਦੀ, ਜਿਸ ਤਰ੍ਹਾਂ ਉਹ ਕਿਸਮਤ ਦੀਆਂ ਗੱਲਾਂ ਕਰਦੇ ਸਨ, ਲੇਖਕ ਕੋਲੋਂ ਪੁੱਛਦੇ ਸਨ, ਤਾਂ ਕਹਿੰਦਾ ਇਹ ਗੱਲਾਂ ਉਹ ਨਾ ਕਰਦੇ ਜੇਕਰ ਉਹ ਸੰਤੁਸ਼ਟ ਵਿਅਕਤੀ ਹੁੰਦੇ। ਸੰਤੁਸ਼ਟ ਲੋਕ ਤਕਦੀਰ ਲਈ ਇੰਨੀ ਉਤਸੁਕਤਾ ਨਹੀਂ ਰੱਖਦੇ, ਉਹਨਾਂ ਨੂੰ ਵਰਤਮਾਨ ਜ਼ਿੰਦਗੀ ਵਿੱਚ ਚੋਖਾ ਸੁਆਦ ਆਇਆ ਹੁੰਦਾ ਹੈ। ਅਸੰਤੁਸ਼ਟ ਦਿਲ ਵਰਤਮਾਨ ਨੂੰ ਤਾਂ ਮੁਸਾਫਰੀ ਜੀ ਸਮਝਦਾ ਹੈ, ਨਾ ਉਹਦੇ ਲਈ ਸਵਾਰ ਕੇ ਕੱਪੜੇ ਪਾਉਂਦਾ ਹੈ ਅਤੇ ਨਾ ਹੀ ਚੱਜ ਨਾਲ ਉਹਦੇ ਵਿੱਚ ਟਿਕਾਣਾ ਕਰਦਾ ਹੈ। ਹਮੇਸ਼ਾ ਉਹ ਭਵਿੱਖ ਦੇ ਕਿਸੇ ਸਵਰਗ ਲਈ ਉੱਡੂ ਕਰਦਾ ਰਹਿੰਦਾ ਹੈ। ਇੱਕ ਬੜੀ ਮਹੱਤਵਪੂਰਨ ਗੱਲ ਹੈਗੀ ਬੇਟੇ, ਉਹ ਕਹਿੰਦਾ ਵੀ ਉਹ ਵਿਅਕਤੀ ਜਿਹੜਾ ਸੰਤੁਸ਼ਟ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚੋਂ, ਉਹ ਵਰਤਮਾਨ ਨੂੰ ਹੀ ਬੜੀ ਜਿਹੜਾ ਹੈ ਜਿਹਨੂੰ ਕਹਿੰਦੇ ਜਿਉਂਦੇ ਆ, ਵੀ ਜਿਹੜਾ ਆਪਣੀ ਜ਼ਿੰਦਗੀ ਸਾਨੂੰ ਜੋ ਮਿਲੀ ਹੈ ਉਹਦੇ ਵਿੱਚ ਹੀ ਉਹ ਖੁਸ਼ੀ ਦੇ ਨਾਲ ਉਸਨੂੰ ਜਿਉਂਦਾ ਹੈ। ਜਿਵੇਂ ਉਹ ਕਹਿੰਦਾ ਹੈਗਾ ਕਿ ਉਹ ਜਿਹੜਾ ਵਿਅਕਤੀ ਅਸੰਤੁਸ਼ਟ ਹੁੰਦਾ ਹੈ, ਕਹਿੰਦਾ ਉਹ ਵਰਤਮਾਨ ਨੂੰ ਕੀ ਸਮਝਦਾ? ਮੁਸਾਫਰੀ। ਕਹਿੰਦਾ ਮੈਂ ਤਾਂ ਮਤਲਬ ਕਾਹਲ ਹੁੰਦੀ ਉਹਦੇ ਮਨ ਦੇ ਵਿੱਚ, ਉਹ ਨਾ ਤਾਂ ਚੱਜ ਦੇ ਕੱਪੜੇ ਪਾਉਂਦਾ, ਨਾ ਬਣ ਸੁਮਾਰ ਕੇ ਰਹਿੰਦਾ ਹੈ, ਉਹ ਹਮੇਸ਼ਾ ਭਵਿੱਖ ਦੇ ਸੁਪਨੇ ਲੈਂਦਾ ਹੀ, ਜਿਹੜਾ ਹਮੇਸ਼ਾ ਹੀ ਜਿਹੜਾ ਹੈ ਅਸੀਂ ਕਹਾਂਗੇ ਅਸਥਿਰ ਅਵਸਥਾ ਦੇ ਵਿੱਚ ਰਹਿੰਦਾ ਹੈ, ਉਹਦਾ ਮਨ ਉਡੂ ਕਰਦਾ ਰਹਿੰਦਾ ਹੈ, ਜਿਹੜਾ ਬੰਦਾ ਸੰਤੁਸ਼ਟ ਨਹੀਂ ਹੁੰਦਾ। ਇਸ ਦੇ ਮੁਕਾਬਲੇ 'ਤੇ ਜਿਹੜਾ ਸੰਤੁਸ਼ਟ ਵਿਅਕਤੀ ਹੁੰਦਾ, ਆਪਾਂ ਵੈਸੇ ਤਾਂ ਉਂਝ ਵੀ ਕਹਿੰਦੇ ਹਾਂ ਵੀ ਜਿਹਨੇ ਖੁਸ਼ ਰਹਿਣਾ ਹੁੰਦਾ ਉਹ ਝੌਂਪੜੀ ਦੇ ਵਿੱਚ ਵੀ ਖੁਸ਼ ਰਹਿੰਦਾ, ਅਤੇ ਜਿਸ ਨੇ ਨਾ ਖੁਸ਼ ਰਹਿਣਾ ਹੈ ਨਾ ਉਹ ਮਹਿਲਾਂ ਵਿੱਚ ਰਹਿ ਕੇ ਵੀ ਨਾ ਖੁਸ਼ ਰਹਿੰਦਾ। ਇੱਥੇ ਲੇਖਕ ਦਾ ਕਹਿਣ ਦਾ ਭਾਵ ਇਹ ਸੀਗਾ, ਕੀ ਮਰਦ ਕੀ ਇਸਤਰੀਆਂ, ਕੀ ਬੁੱਢੇ ਕੀ ਜਵਾਨ, ਸਭ ਉਹ ਮੇਰੇ ਹੱਥ ਵਿੱਚ ਆਪਣਾ ਹੱਥ ਲਿਆ ਫੜਾਉਂਦੇ, ਅਤੇ ਕਦੇ ਮੁਸਕਰਾ ਕੇ, ਕਦੇ ਤਰਲਾ ਕਰਕੇ, ਕਦੇ ਬੇਚਾਰਗੀ ਦੀ ਮੂਰਤ ਬਣ ਕੇ ਨਾ ਕਰਦੇ ਮੇਰੇ ਕੋਲੋਂ ਕੁਝ ਨਾ ਕੁਝ ਅਖਵਾ ਹੀ ਲੈਂਦੇ। ਭਾਵ ਉਹ ਲੇਖਕ ਨੂੰ ਹੱਥ ਦਿਖਾਉਣ ਲੱਗ ਜਾਂਦੇ, ਅਤੇ ਫਿਰ ਚਾਹੇ ਲੇਖਕ ਕਹਿੰਦਾ ਵੀ ਮੈਨੂੰ ਕੁਛ ਨਹੀਂ ਪਤਾ, ਤਾਂ ਵੀ ਉਹਦੇ ਕੋਲੋਂ ਕੁਛ ਨਾ ਕੁਛ ਮਤਲਬ ਗੱਲ ਕਰਾ ਹੀ ਲੈਂਦੇ ਹੈ ਨਾ। ਉਤਸੁਕ ਅੱਖਾਂ ਕਿੰਨਾ ਕੁਝ ਆਪੇ ਹੀ ਦੱਸ ਦਿੰਦੀਆਂ ਹਨ, ਅਤੇ ਉਹਨਾਂ ਦੇ ਦਿਲ ਦੀ ਗੱਲ ਦੱਸ ਦੇਣਾ ਕੋਈ ਅੰਤਰਜਾਮ ਤਾਂ ਨਹੀਂ ਸੀ ਹੁੰਦੀ। ਤਾਂ ਵੀ ਮੈਂ ਪੂਰਵ ਦਾ ਇੱਕ ਬੜਾ ਸਿਆਣਾ ਆਦਮੀ ਸਮਝਿਆ ਜਾਣ ਲੱਗ ਪਿਆ ਸੀ। ਹੁਣ ਕਹਿਣ ਦਾ ਮਤਲਬ ਕੀ ਹੈਗਾ? ਲੇਖਕ ਕਹਿੰਦਾ ਵੀ ਜਿਹੜੇ ਆਮ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦਾ ਜਿਹੜਾ ਚਿਹਰਾ ਹੁੰਦਾ ਉਹੀ ਦੱਸ ਦਿੰਦਾ ਕਿਹੜੀਆਂ ਪ੍ਰੋਬਲਮ ਦੇ ਵਿੱਚੋਂ ਨਿਕਲ ਰਿਹਾ ਉਹ, ਅਤੇ ਉਹਦਾ ਉਹ ਕੋਈ ਸੁਖਾਵਾਂ ਜੀ ਗੱਲ ਵੀ ਦੱਸ ਦਿੰਦਾ ਸੀਗਾ। ਤਾਂ ਕਹਿੰਦਾ ਇਹ ਕੋਈ ਅੰਤਰਜਾਮਤਾ ਵਾਲੀ ਗੱਲ ਤਾਂ ਨਹੀਂ ਸੀ ਹੁੰਦੀ, ਪਰ ਮੈਂ ਉਹਨਾਂ ਲੋਕਾਂ ਦੇ ਵਿੱਚ ਇੱਕ ਸਿਆਣਾ ਬੰਦਾ ਸਮਝਿਆ ਜਾਣ ਲੱਗ ਪਿਆ ਸੀ। ਪਰ ਹੁਣ ਹੀ ਹੈ ਪੁੱਜ ਕੇ ਮਖੌਲਣ, ਕਈਆਂ ਨੂੰ ਆਪਣੀ ਤਕਦੀਰ ਦੀ ਕਿਤਾਬ ਦਾ ਵਰਕਾ ਭੁੱਲਣ ਦਾ ਝੱਸ ਕਈ ਵਾਰੀ ਆ ਪੈਂਦਾ ਹੈ, ਅਤੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਇਸ ਵਿੱਦਿਆ ਤੋਂ ਬਿਲਕੁਲ ਕੋਰਾ ਹਾਂ, ਪਰ ਉਹ ਇਹਨੂੰ ਮੇਰੀ ਨਿਮਰਤਾ ਸਮਝ ਕੇ ਮੇਰੇ ਹੱਥ ਵਿੱਚੋਂ ਉਨਾ ਚਿਰ ਨਾ ਕੱਢਦੇ ਜਿੰਨਾ ਚਿਰ ਮੈਂ ਹਾਰ ਕੇ ਕਿਸੇ ਨੂੰ ਇਸ਼ਕ ਅਤੇ ਕਿਸੇ ਨੂੰ ਧਨ ਦਾ ਹਰਾ ਵਾਗ ਨਾ ਸੁਣਾ ਦਿੰਦਾ। ਇੱਥੇ ਕਹਿੰਦਾ ਵੀ ਲੇਖਕ ਕਹਿੰਦਾ ਵੀ ਮੈਨੂੰ ਮੱਲੋ ਮੱਲੀ ਧੱਕੇ ਨਾਲ ਹੀ ਉਹਨਾਂ ਦੇ ਬਾਰੇ ਕੋਈ ਝੂਠੀਆਂ ਸੱਚੀਆਂ ਗੱਲਾਂ ਦੱਸਣੀਆਂ ਪੈਂਦੀਆਂ। ਇੱਥੇ ਕੀ ਹੈ? ਧਨ ਦਾ ਹਰਾ ਭਰਾ ਬਾਗ, ਮਤਲਬ ਇੱਥੇ ਦਾ ਮਤਲਬ ਕੀ ਹੈਗਾ ਵੀ ਕਿਸੇ ਨੂੰ, ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਹੱਥ ਦੇਖਣ ਵਾਲੇ ਲੋਕ ਕੀ ਕਰਦੇ ਨੇ ਹੈ ਨਾ, ਵੀ ਉਹ ਹਰੇਕ ਵਿਅਕਤੀ ਦੇ ਸੰਬੰਧੀ ਚੰਗੀਆਂ ਗੱਲਾਂ ਦੱਸਦੇ ਨੇ ਵੀ ਤੇਰੀ ਜ਼ਿੰਦਗੀ ਵਿੱਚ ਆਹ ਵਧੀਆ ਹੋਊਗਾ ਹੈ ਨਾ। ਇਸ ਤਰ੍ਹਾਂ ਹੀ ਲੇਖਕ ਨੂੰ ਮਜਬੂਰੀ ਬਸ ਖੁਸ਼ੀ ਭਰੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਦੱਸਣੀਆਂ ਪਈਆਂ। ਇਹ ਤਾਂ ਸੀਗਾ ਇਸ ਭਾਗ ਦਾ ਹੂਬਹੂ ਪੁਸਤਕ ਪਠਨ, ਅਤੇ ਇਸ ਭਾਗ ਦਾ ਸੰਖੇਪ ਸਾਰ ਆਪਾਂ ਪੜ੍ਹਦੇ ਹੈਗੇ ਹਾਂ। ਅਮਰੀਕਾ ਤੋਂ ਤੁਰਨ ਲਈ ਲੇਖਕ ਜਹਾਜ਼ ਉੱਤੇ ਸਵਾਰ ਹੋ ਗਿਆ। ਉਹ ਜਹਾਜ਼ ਦੇ ਜੰਗਲੇ ਉੱਤੇ ਹੋ ਕੇ ਜਾਣ ਵਾਲੇ ਅਤੇ ਛੱਡਣ ਆਏ ਮਿੱਤਰਾਂ ਅਤੇ ਸਨੇਹੀਆਂ ਦੇ ਹਿਲਦੇ ਹੱਥ ਅਤੇ ਰੁਮਾਲ ਦੇਖ ਰਿਹਾ ਸੀ। ਮਤਲਬ ਉਹ ਦੇਖ ਰਿਹਾ ਸੀਗਾ ਸਾਰੇ ਲੋਕਾਂ ਨੂੰ, ਜਿਹੜੇ ਲੋਕ ਆਪਣੇ ਸੰਬੰਧੀਆਂ ਨੂੰ ਵਿਦਾ ਕਰਨ ਲਈ ਆਏ ਹੋਏ ਸੀਗੇ। ਇਹਨਾਂ ਵਿੱਚ ਲੇਖਕ ਦਾ ਇੱਕ ਵੀ ਜਾਣੂ ਨਹੀਂ ਸੀ, ਪਰ ਤਾਂ ਵੀ ਲੇਖਕ ਨੇ ਰੁਮਾਲ ਹਿਲਾਇਆ ਅਤੇ ਚੁੰਮਣ ਸੁੱਟੇ। ਇਸ ਸਮੇਂ ਉਸਨੂੰ ਪ੍ਰੋਫੈਸਰ ਰਿਗਜ਼ ਅਤੇ ਮਿਸਿਜ਼ ਮੈਕਆਰਟਰੀ ਯਾਦ ਆਏ। ਲੇਖਕ ਨੇ ਵੀ ਚੁੰਮਣ ਸੁੱਟਿਆ ਅਤੇ ਉਸਦਾ ਧੜਕਦਾ ਹੋਇਆ ਦਿਲ ਕਹਿ ਰਿਹਾ ਸੀ ਕਿ ਅਮਰੀਕਨਾਂ ਦੀਆਂ ਮਿਹਰਬਾਨੀਆਂ ਨੂੰ ਯਾਦ ਕਰਕੇ ਉਹ ਹਰੇਕ ਦੇਸ਼ ਨਾਲ ਦੋਸਤੀ ਹੀ ਕਰੇਗਾ। ਜਹਾਜ਼ ਤੁਰ ਪਿਆ।
ਲੇਖਕ ਕਿੰਨਾ ਚਿਰ ਅਮਰੀਕਾ ਦੀ ਧਰਤੀ 'ਤੇ ਆਜ਼ਾਦੀ ਦੇ ਮਹਾਨ ਬੁੱਤ ਵੱਲ ਤੱਕਦਾ ਰਿਹਾ। ਅਗਲੇ ਦਿਨ ਸਮੁੰਦਰ ਦਾ ਪਾਣੀ ਬੜਾ ਮੱਛਰਿਆ ਹੋਇਆ ਸੀ। ਜਹਾਜ਼ ਸੱਜੇ ਖੱਬੇ ਬੁਰੀ ਤਰ੍ਹਾਂ ਡੋਲ ਰਿਹਾ ਸੀ। ਲੇਖਕ ਲਾਇਬ੍ਰੇਰੀ ਵਿੱਚ ਜਾ ਬੈਠਿਆ। ਲੇਖਕ ਦੇ ਨੇੜੇ ਹੀ ਇੱਕ ਈਸਾਈ ਮਿਸ਼ਨ ਦੀ ਮੈਂਬਰ, ਇੱਕ ਨੌਜਵਾਨ ਇਸਤਰੀ ਬੈਠੀ ਹੋਈ ਸੀ ਜੋ ਅਫਰੀਕੀ ਹਬਸ਼ੀਆਂ ਦੇ ਵਿੱਚ ਪ੍ਰਚਾਰ ਕਰਨ ਲਈ ਜਾ ਰਹੀ ਸੀ। ਉਸਨੇ ਸਮਝਿਆ ਕਿ ਲੇਖਕ ਉਸਦੀ ਹੱਥ ਵਿਚਲੀ ਕਿਤਾਬ ਵੇਖ ਰਿਹਾ ਹੈ। ਉਸਨੇ ਲੇਖਕ ਨੂੰ ਆਪਣੀ ਕਿਤਾਬ ਹੀ ਫੜਾ ਦਿੱਤੀ ਤੇ ਦੋਹਾਂ ਵਿਚਕਾਰ ਬੋਲਚਾਲ ਦਾ ਸੰਬੰਧ ਬਣ ਗਿਆ। ਲੇਖਕ ਕੋਲੋਂ ਇਹ ਜਾਣ ਕੇ ਕਿ ਉਹ ਈਸਾਈ ਨਹੀਂ, ਉਹਨੂੰ ਹੈਰਾਨੀ ਵੀ ਹੋਈ ਤੇ ਅਫਸੋਸ ਵੀ। ਉਹ ਹੈਰਾਨ ਇਸ ਕਰਕੇ ਹੋਈ ਕਿ ਈਸਾਈ ਹੋਏ ਬਿਨਾਂ ਕੋਈ ਆਦਮੀ ਇੰਨਾ ਚੰਗਾ ਕਿਵੇਂ ਹੋ ਸਕਦਾ ਹੈ, ਤੇ ਅਫਸੋਸ ਇਸ ਕਰਕੇ ਕਿ ਇਹ ਚੰਗਾ ਆਦਮੀ ਜਾਏਗਾ ਤਾਂ ਨਰਕ ਵਿੱਚ ਹੀ। ਉਸਨੇ ਲੇਖਕ ਨੂੰ ਸਹੀ ਰਸਤੇ ਉੱਤੇ ਪਾਉਣ ਲਈ ਉਹਦੇ ਧਰਮ ਸੰਬੰਧੀ ਕਈ ਪ੍ਰਸ਼ਨ ਪੁੱਛੇ। ਲੇਖਕ ਨੂੰ ਆਪਣੇ ਉਹਨਾਂ ਦੋਵਾਂ ਦਾ ਜਿਹੜਾ ਦਲੀਲ ਦਾ ਪੱਧਰ ਇੱਕੋ ਜਿਹਾ ਨਾ ਦੱਸਿਆ ਅਤੇ ਲੇਖਕ ਨੇ ਬਹਿਸ ਦਾ ਰੌਂ ਬਦਲਣ ਲਈ ਉਸ ਤੋਂ ਆਗਿਆ ਲੈ ਕੇ ਉਸ ਨੂੰ ਆਪਣਾ ਮੇਰੀ ਦਾਦੀ ਜੀ ਲੇਖ ਸੁਣਾਇਆ, ਜਿਸ ਨੂੰ ਉਸਨੇ ਬੜੀ ਦਿਲਚਸਪੀ ਨਾਲ ਸੁਣਿਆ ਤੇ ਕਿਤੇ ਕਿਤੇ ਸੋਹਣਾ ਵੀ ਆਖਿਆ। ਲੇਖਕ ਨੇ ਉੱਤਰ ਸੁਣ ਕੇ ਉਸਦੇ ਬੀਬੇ ਮੂੰਹ 'ਤੇ ਮੁਸਕਰਾਹਟ ਲਿਆਉਣ ਨੂੰ 100 ਦਰਜੇ ਚੰਗਾ ਸਮਝਿਆ। ਉਸਨੇ ਗੱਲ ਦਾ ਰੁੱਖ ਬਦਲਦਿਆਂ ਬੜੇ ਪਿਆਰ ਨਾਲ ਉਹਦਾ ਧਿਆਨ ਸੋਹਣੇ ਸੂਰਜ ਵੱਲ ਦਿਵਾਇਆ। ਉਹ ਦੋਵੇਂ ਡੈਕ ਉੱਤੇ ਚਲੇ ਗਏ। ਕਿੰਨਾ ਹੀ ਚਿਰ ਉਹ ਨੀਵੇਂ ਬੱਦਲਾਂ ਦੇ ਪਿੱਛੋਂ ਸੂਰਜ ਨੂੰ ਹੌਲੇ ਹੌਲੇ ਝੁਕਦਿਆਂ ਵੇਖਦੇ ਰਹੇ। ਕੁਝ ਘੜੀਆਂ ਰਾਣੀ ਰੂਪ ਚੰਦ ਮਲਕੜੇ ਜਿਹੇ ਪਾਣੀ ਉੱਤੋਂ ਉੱਚਾ ਹੁੰਦਾ ਦਿਸਿਆ, ਭਾਵ ਚੰਦ ਚੜ੍ਹ ਗਿਆ ਸੀਗਾ। ਤੇ ਦੋਹਾਂ ਨੇ ਇੱਕ ਦੂਜੇ ਨਾਲ ਇਹ ਵਿਚਾਰ ਸਾਂਝਾ ਕੀਤਾ ਕਿ ਏਡਾ ਮਿੱਠਾ ਚੰਦ ਕੇਵਲ ਸਮੁੰਦਰ ਵਿੱਚ ਹੀ ਚੜ੍ਹਦਾ ਹੈ। ਲੇਖਕ ਨੇ ਕੁੜੀ ਦੇ ਨਕਸ਼ਾਂ ਉੱਪਰ ਖੁਸ਼ੀ ਭਰੀ ਹੈਰਾਨੀ ਦੀ ਚਮਕ ਦੇਖੀ। ਲੇਖਕ ਸੋਚ ਰਿਹਾ ਸੀ ਕਿ ਸ਼ਾਇਦ ਉਹ ਵੀ ਉਸ ਵਾਂਗ ਸੋਚ ਰਹੀ ਸੀ ਕਿ ਭਾਵੇਂ ਉਹਨਾਂ ਦੇ ਦਿਮਾਗਾਂ ਵਿੱਚ ਦਲੀਲਾਂ ਵੱਖਰੀਆਂ ਵੱਖਰੀਆਂ ਸਨ, ਪਰੰਤੂ ਦੋਹਾਂ ਦੇ ਦਿਲਾਂ ਵਿੱਚ ਸੰਮਤੀ ਕਿੰਨੀ ਡੂੰਘੀ ਸੀ। ਦੋਨਾਂ ਨੂੰ ਚੰਦ ਤੇ ਸੂਰਜ ਇੱਕੋ ਜਿਹੇ ਲਿਸ਼ਕਦੇ ਦਿਖਾਈ ਦਿੰਦੇ ਸਨ। ਲੇਖਕ ਨੇ ਉਸ ਦੀਆਂ ਅੱਖਾਂ ਵਿੱਚ ਮੁਸਕਰਾ ਕੇ ਕਿਹਾ ਕਿ ਕਦੇ ਇੰਨਾ ਚਿਰ ਮੇਰੀ ਭੈਣ ਆਪਾਂ ਪਾਪਾਂ ਸਰਾਪਾਂ ਦੀ ਥਾਂ 'ਤੇ ਚੰਨਾ ਸੂਰਜ ਦੀਆਂ ਗੱਲਾਂ ਕੀਤੀਆਂ ਹੁੰਦੀਆਂ। 7 ਦਿਨਾਂ ਬਾਅਦ ਉਹ ਜਹਾਜ਼ ਲੰਡਨ ਪਹੁੰਚਣਾ ਸੀ। ਪਹਿਲੇ 3 ਦਿਨ ਤਾਂ ਜਹਾਜ਼ ਦੇ ਮੁਸਾਫਰਾਂ ਨੂੰ ਨਵੀਆਂ ਨਵੀਆਂ ਯਾਰੀਆਂ ਦੀ ਕਾਹਲ ਸੀ। ਕਈ ਮੁਸਾਫਰ ਜਹਾਜ਼ ਦੇ ਸਫ਼ਰ ਤੋਂ ਅਨੋਖੇ ਤਜਰਬਿਆਂ ਦੀ ਆਸ ਕਰਦੇ ਸਨ। ਚੌਥੇ ਦਿਨ ਲੇਖਕ ਨੂੰ ਅਨੁਭਵ ਹੋਇਆ ਕਿ ਪ੍ਰੀਤਾਂ ਵਿੱਚ ਪਹਿਲਾਂ ਵਰਗੀ ਸਰਗਰਮੀ ਨਹੀਂ ਸੀ ਰਹੀ। ਧਰਤੀ ਦੀਆਂ ਚਿੰਤਾਵਾਂ ਤੋਂ ਦੂਰ ਤਰਦੇ ਜਾਣ ਦਾ ਚੈਨ ਘਟਦਾ ਜਾ ਰਿਹਾ ਸੀ। ਬੰਦਰਗਾਹ ਉੱਪਰ ਆਏ ਆਪਣੇ ਪਤਨੀਆਂ ਦੀਆਂ ਤਸਵੀਰਾਂ ਅੱਖਾਂ ਸਾਹਮਣੇ ਫਿਰਨ ਲੱਗੀਆਂ। ਮਤਲਬ ਜਿਹੜੇ ਮੁਸਾਫਰ ਸੀ ਉਹਨਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਸ਼ਕਲਾਂ ਨਜ਼ਰ ਆਉਣ ਲੱਗੀਆਂ ਸੀਗੀਆਂ। ਆਪਣੀ ਦਸਤਾਰ ਅਤੇ ਦਾੜ੍ਹੀ ਕਰਕੇ ਲੇਖਕ ਇੱਕ ਬਜ਼ੁਰਗ ਹਿੰਦੁਸਤਾਨੀ ਜਾਪਦਾ ਸੀ। ਕਈਆਂ ਨੇ ਹਿੰਦੁਸਤਾਨ ਦੇ ਹਿਮਾਲਿਆ ਪਰਬਤ ਦੇ ਰਿਸ਼ੀਆਂ ਦੀਆਂ ਕਹਾਣੀਆਂ ਪੜ੍ਹੀਆਂ ਹੋਈਆਂ ਸੀ ਅਤੇ ਉਹ ਸਮਝਦੇ ਸਨ ਕਿ ਉਹ ਕਿਸਮਤ ਦੇ ਲੇਖ ਪੜ੍ਹ ਸਕਦੇ ਹਨ। ਸਾਰੇ ਮਰਦ ਇਸਤਰੀਆਂ ਅਤੇ ਬੁੱਢੇ ਜਵਾਨ ਲੇਖਕ ਨੂੰ ਆਪਣੇ ਹੱਥ ਫੜਾਉਂਦੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਉਸਦੇ ਮੂੰਹੋਂ ਕੁਝ ਖਵਾ ਹੀ ਲੈਂਦੇ। ਉਸ ਨੂੰ ਉੱਥੇ ਪੂਰਬ ਦਾ ਬੜਾ ਸਿਆਣਾ ਆਦਮੀ ਸਮਝਿਆ ਜਾਣ ਲੱਗ ਪਿਆ। ਲੇਖਕ ਨੇ ਉਹਨਾਂ ਬਾਰੇ ਇਹ ਅਨੁਮਾਨ ਲਾਇਆ ਕਿ ਉਹ ਭਾਵੇਂ ਕਿੰਨੇ ਹੀ ਅਮੀਰ ਸੀ, ਪਰੰਤੂ ਅਸੰਤੁਸ਼ਟ ਸਨ, ਜੋ ਕਿ ਆਪਣੇ ਭਵਿੱਖ ਬਾਰੇ ਜਾਣਨ ਲਈ ਇੰਨੇ ਉਤਸੁਕ ਸਨ। ਅਤੇ ਇਸ ਤਰ੍ਹਾਂ ਇਹ ਤਾਂ ਸੀਗਾ ਭਾਗ ਆਪਣਾ ਅਮਰੀਕਾ ਤੋਂ ਵਿਦਾਇਗੀ। ਅਤੇ ਉਮੀਦ ਕਰਦੀ ਹੈਗੀ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ। ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਇਸ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵੇਖਿਓ ਬੇਟਾ। ਕੋਈ ਵੀ ਟੌਪਿਕ ਤੁਹਾਡੀ ਪੜ੍ਹਾਈ ਲਈ ਲਾਭਦਾਇਕ ਹੋ ਸਕਦਾ ਹੈ। ਅਤੇ 3rd ਸਮੈਸਟਰ ਵਾਲੇ ਵਿਦਿਆਰਥੀ ਜਨਰਲ ਪੰਜਾਬੀ ਦਾ ਕੰਮ ਵੀ ਜ਼ਰੂਰ ਦੇਖਿਆ ਕਰੋ ਬੇਟੇ। ਅਤੇ ਇਸ ਤੋਂ ਇਲਾਵਾ ਵਿਆਕਰਨ ਦਾ ਕੰਮ ਵੀ ਤੁਹਾਡਾ 3rd ਸਮੈਸਟਰ ਦਾ ਜਨਰਲ ਪੰਜਾਬੀ ਨਾਲ ਸੰਬੰਧਿਤ ਆਲਮੋਸਟ ਪਾਇਆ ਹੋਇਆ ਹੈਗਾ। ਅਤੇ ਇਸ ਵਿਸ਼ੇ ਦਾ ਚੋਣਵੀ ਪੰਜਾਬੀ ਦੇ ਵਿੱਚੋਂ ਵੀ ਜੋ ਕੰਮ ਰਹਿੰਦਾ ਹੈ ਉਹ ਹਰ ਹਾਲਤ ਵਿੱਚ ਤੁਹਾਨੂੰ ਦਸੰਬਰ ਤੋਂ ਪਹਿਲਾਂ ਮਤਲਬ ਨਵੰਬਰ ਦੇ ਐਂਡ 'ਚ ਹੋ ਸਕਦਾ ਤੁਹਾਡੇ ਐਗਜ਼ਾਮ ਹੋਣ, ਉਸ ਤੋਂ ਪਹਿਲਾਂ ਤੁਹਾਨੂੰ ਪੂਰਾ ਮਿਲੇਗਾ। ਅਤੇ ਜੇਕਰ ਇਹ ਵੀਡੀਓ ਤੁਹਾਡੀ ਪੜ੍ਹਾਈ ਲਈ ਲਾਭਦਾਇਕ ਹੋਈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਫਿਰ ਮਿਲਦੇ ਹੈਗੇ ਅਗਲੀ ਵੀਡੀਓ ਦੇ ਨਾਲ।